ਸਤਿ ਸ਼੍ਰੀ ਅਕਾਲ ਸਟੂਡੈਂਟਸ, ਮਾਈ ਸੈਲਫ ਸੰਕਲਪ ਗੁਪਤਾ। ਜਿਵੇਂ ਕਿ ਅਸੀਂ ਕੱਲ੍ਹ ਦਾ ਲੈਕਚਰ ਛੱਡਿਆ ਸੀਗਾ, ਫੰਡਾਮੈਂਟਲ ਰਾਈਟਸ ਕੰਪਲੀਟ ਕੀਤੇ ਸੀਗੇ, ਸਟਾਰਟ ਕੀਤੇ ਸੀ ਸੌਰੀ, ਅਤੇ ਅੱਜ ਅਸੀਂ ਫੀਚਰਸ ਦੇ ਬਾਰੇ ਗੱਲ ਕਰਨੀ ਹੈ। ਫੰਡਾਮੈਂਟਲ ਰਾਈਟ ਦੇ ਫੀਚਰਸ ਬਹੁਤ ਇੰਪੋਰਟੈਂਟ ਹੈ ਤੁਹਾਡੇ ਵਾਸਤੇ। ਜ਼ਿਆਦਾ ਇਹਨਾਂ ਨੂੰ ਡਿਟੇਲ 'ਚ ਨਹੀਂ ਪੜ੍ਹਾਂਗੇ, ਬਟ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਪਤਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਪ੍ਰੋਟੈਕਟਿਡ ਬਾਏ ਦਾ ਕੌਨਸਟੀਟਿਊਸ਼ਨ। ਜਿਵੇਂ ਕਿ ਤੁਹਾਨੂੰ ਪਤਾ ਕਿ ਫੰਡਾਮੈਂਟਲ ਰਾਈਟਸ ਨੂੰ ਕੌਨਸਟੀਟਿਊਸ਼ਨ ਨੂੰ ਤੋਂ ਪ੍ਰੋਟੈਕਸ਼ਨ ਮਿਲਦੀ ਹੈ। ਸੁਪਰੀਮ ਕੋਰਟ ਬਚਾਉਂਦਾ, ਜੇ ਕੋਈ ਵੀ ਲਾਅ ਸਪੋਜ਼ ਕਰੋ ਕਿ ਅਗੇਂਸਟ ਜਾਂਦਾ ਸਾਡੀ ਫੰਡਾਮੈਂਟਲ ਰਾਈਟ ਦੇ, ਉਹ ਲਾਅ ਖਾਰਿਜ ਹੋ ਜਾਏਗਾ। ਸੋ ਗਰੰਟਿਡ ਹੈ, ਠੀਕ ਹੈ। ਇਹ ਗਾਰੰਟੀ ਮਿਲਦੀ ਹੈ, ਕਿਹਦੇ ਤੋਂ ਮਿਲਦੀ ਹੈ? ਕੌਨਸਟੀਟਿਊਸ਼ਨ ਤੋਂ। ਫਿਰ ਦੂਸਰਾ, ਐਸ ਨॉट ਸੈਕਰੋਸੈਂਟ ਪਰਮਾਨੈਂਟ ਔਰ ਐਬਸੋਲਿਊਟ। ਇਹਦਾ ਮਤਲਬ ਸਟੂਡੈਂਟ ਸਿੰਪਲ ਜਿਹਾ ਹੈ ਕਿ ਇਹ ਜਿਹੜੇ ਐਬਸੋਲਿਊਟ ਰਾਈਟਸ ਨਹੀਂ ਹੈ, ਮਤਲਬ ਕਿ ਜਿੱਦਾਂ ਕੋਈ ਲਿਖਤਾ ਤੇ ਪੱਥਰ ਦੀ ਲਕੀਰ, ਇਹ ਇੱਦਾਂ ਹੀ ਹੈ। ਹੁਣ ਇਹ ਮਤਲਬ ਥੋੜ੍ਹੀ ਹੈ ਕਿ ਜੇ ਸਪੋਜ਼ ਕਰੋ ਤੁਹਾਨੂੰ ਕਹਿ ਤਾ ਕਿ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਅਤੇ ਤੁਸੀਂ ਕੁਛ ਵੀ ਬੋਲ ਦਿਓ, ਠੀਕ ਹੈ ਨਾ। ਤੁਸੀਂ ਇੱਕ ਜਗ੍ਹਾ ਜਾ ਕੇ ਉੱਥੇ ਵਾਇਲੈਂਸ ਕਰ ਦਿਓ ਕਿ ਅੱਜ ਅਸੀਂ ਹਥਿਆਰ ਚੁੱਕ ਕੇ ਸਰਕਾਰ ਨੂੰ ਅਪਰੂਵ ਕਰਕੇ ਸੁੱਟ ਦੇਣਾ, ਇਹ ਚੀਜ਼ਾਂ ਨਹੀਂ ਬੋਲ ਸਕਦੇ ਤੁਸੀਂ, ਠੀਕ ਹੈ। ਤੋ ਐਬਸੋਲਿਊਟ ਨਹੀਂ ਹੈ, ਰਿਸਟ੍ਰਿਕਸ਼ਨਸ ਆਉਂਦੀਆਂ। ਪਬਲਿਕ ਆਰਡਰ ਮੇਨਟੇਨ ਕਰਕੇ ਰੱਖਣਾ ਪੈਂਦਾ। ਜੇ ਕਿਤੇ ਜਗ੍ਹਾ ਧਰਨਾ ਵੀ ਲਾਉਣਾ ਹੈ, ਠੀਕ ਹੈ ਨਾ, ਉੱਥੇ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਡਿਸਟਰਕਸ਼ਨ ਕਰਨ ਲੱਗ ਜਾਓ ਪਬਲਿਕ ਪ੍ਰੋਪਰਟੀ ਦੀ। ਤੁਸੀਂ ਪਬਲਿਕ ਬੱਸਿਸ ਨੂੰ ਜਿੱਦਾਂ ਆਗੂ ਗਲਾ ਦਿਓ, ਇਹ ਚੀਜ਼ਾਂ ਨਹੀਂ ਕਿ ਤੁਸੀਂ ਕਰ ਸਕਦੇ। ਸੋ ਦੀਜ਼ ਆਰ ਨਾਟ ਐਬਸੋਲਿਊਟ, ਠੀਕ ਹੈ। ਪਰਮਾਨੈਂਟ ਨਹੀਂ ਹੈ, ਤੁਸੀਂ ਚੇਂਜ ਕਰ ਸਕਦੇ ਹੋ ਅਤੇ ਅਮੈਂਡਮੈਂਟ ਕਰਨੀ ਪਏਗੀ ਉਹਦੇ ਲਈ। So the rights are not absolute but qualified. The state can impose reasonable restrictions on them, ਜਿਵੇਂ ਕਿ ਤੁਹਾਨੂੰ ਮੈਂ ਸਮਝਾਤਾ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਚੱਲਦੇ ਹਾਂ। ਇਹਨਾਂ ਦਾ ਤੁਸੀਂ ਜਿਹੜੇ ਬੋਲਡ ਪੁਆਇੰਟਸ ਹੈ ਤੁਸੀਂ ਬਸ ਇਹ ਯਾਦ ਰੱਖਣੇ ਆ। ਤੁਸੀਂ ਰਾਈਟਸ ਆਰ ਜਸਟੀਸ਼ੀਏਬਲ। ਜਸਟੀਸ਼ੀਏਬਲ ਦਾ ਮੀਨਸ ਕਿ ਤੁਸੀਂ ਕੋਰਟ ਕੋਲ ਜਾ ਸਕਦੇ ਹੋ। ਜਿਵੇਂ ਕਿ ਤੁਹਾਨੂੰ ਮੈਂ ਪਿਛਲੇ ਲੈਕਚਰ 'ਚ ਦੱਸਿਆ ਸੀਗਾ ਕਿ ਤੁਸੀਂ ਜੇ ਸਾਡੀ ਫੰਡਾਮੈਂਟਲ ਰਾਈਟ ਵਾਇਲੇਟ ਹੁੰਦੀ ਹੈ, ਤੁਸੀਂ ਡਾਇਰੈਕਟ ਕਿੱਥੇ ਜਾ ਸਕਦੇ ਹੋ? ਸੁਪਰੀਮ ਕੋਰਟ ਕੋਲ ਜਾ ਸਕਦੇ ਹੋ। ਸੋ ਦ ਰਾਈਟਸ ਆਰ ਜਸਟੀਸ਼ੀਏਬਲ ਐਂਡ ਅਲਾਉ ਪਰਸਨਸ ਟੂ ਦ ਮੂਵ ਟੂ ਦ ਕੋਰਟਸ ਫॉर देयर ਇਨਫੋਰਸਮੈਂਟ ਇਫ ਐਂਡ ਵੈਨ ਦੇ ਆਰ ਵਾਇਲੇਟਡ। ਐਨੀ ਐਗਰੀਵਡ ਪਰਸਨ ਕੈਨ ਡਾਇਰੈਕਟਲੀ ਗੋ ਟੂ ਦ ਸੁਪਰੀਮ ਕੋਰਟ ਇਨ ਕੇਸ ਆਫ ਦ ਵਾਇਲੇਸ਼ਨ। ਇਹ ਤੁਹਾਨੂੰ ਮੈਂ ਸਮਝਾਤਾ। ਸਸਪੈਂਸ਼ਨ ਆਫ ਦ ਰਾਈਟਸ, ਜਿਹੜੀਆਂ ਸਾਡੀ ਰਾਈਟਸ ਹੈ ਇਹ ਸਸਪੈਂਡ ਵੀ ਹੋ ਸਕਦੀਆਂ, ਐ ਨਹੀਂ ਕਿ ਰਾਈਟ ਸਸਪੈਂਡ ਨਹੀਂ ਹੋਣੀਆਂ। ਜਿੱਦਾਂ ਸਾਡੀ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਜਦੋਂ ਤੁਹਾਨੂੰ ਮੈਂ ਸਟੂਡੈਂਟਸ ਪਹਿਲਾਂ ਦੱਸਦਾ ਕਿ ਨੈਸ਼ਨਲ ਐਮਰਜੈਂਸੀ ਹੁੰਦੀ ਕੀ ਹੈ। ਆਰਟੀਕਲ 352 ਇਹ ਸਾਡਾ ਕੀ ਹੁੰਦਾ ਹੈ? ਨੈਸ਼ਨਲ ਐਮਰਜੈਂਸੀ, ਠੀਕ ਹੈ ਸਟੂਡੈਂਟਸ। ਜਿਹੜੀ ਨੈਸ਼ਨਲ ਐਮਰਜੈਂਸੀ ਹੈ ਇਹ ਹੁੰਦੀ ਹੈ ਆਰਟੀਕਲ 352। ਇਹ ਤਿੰਨ ਸਿਚੁਏਸ਼ਨਸ ਲੱਗਦੀ ਹੈ। ਇੱਕ ਹੁੰਦਾ ਐਕਸਟਰਨਲ ਐਗਰੈਸ਼ਨ, ਇੱਕ ਹੁੰਦੀ ਹੈ ਵਾਰ, ਇੱਕ ਹੁੰਦੀ ਹੈ ਆਰਮਡ ਰਿਬੇਲੀਅਨ, ਠੀਕ ਹੈ। ਜੇ ਸਪੋਜ਼ ਕਰੋ ਸਾਨੂੰ ਕਿਸੇ ਬਾਹਰ ਦੀ ਕੰਟਰੀ ਤੋਂ ਹਮਲਾ ਹੁੰਦਾ, ਜੇ ਸਾਡੀ ਕਿ ਕੰਟਰੀ ਦੇ ਨਾਲ ਵਾਰ ਲੜਾਈ ਛਿੜ ਜਾਂਦੀ, ਜੰਗ ਛਿੜ ਜਾਂਦੀ ਹੈ, ਅਤੇ ਇੱਕ ਹੁੰਦੀ ਹੈ ਆਰਮਡ ਰਿਬੇਲੀਅਨ। ਜੇ ਅਸੀਂ ਕੋਈ ਅੰਦਰ ਹੀ ਸਾਡੇ ਇੰਡੀਆ ਦੇ ਵਿੱਚ ਹੀ ਕੋਈ ਕਮਿਊਨਿਟੀ ਹੈ ਹਥਿਆਰ ਚੁੱਕ ਲੈ। ਤਿੰਨ ਪੋਰਸ਼ਨ ਸੇ ਐਮਰਜੈਂਸੀ ਲਈ, ਜਿਵੇਂ ਨਕਸਲਿਜ਼ਮ ਹੋ ਗਿਆ, ਇਹ ਚੀਜ਼ਾਂ ਦੇ ਵਿੱਚ ਅਸੀਂ ਨੈਸ਼ਨਲ ਐਮਰਜੈਂਸੀ ਲਗਾ ਦਿੰਦੇ ਹਾਂ। ਹੁਣ ਨੈਸ਼ਨਲ ਐਮਰਜੈਂਸੀ ਦੇ ਕੇਸ 'ਚ ਕੀ ਹੁੰਦਾ ਸਟੂਡੈਂਟ? ਸਾਡੀ ਫੰਡਾਮੈਂਟਲ ਰਾਈਟਸ ਕੀ ਹੋ ਜਾਂਦੀਆਂ? ਸਸਪੈਂਡ ਹੋ ਜਾਂਦੀਆਂ। ਲੇਕਿਨ ਦੋ ਰਾਈਟਸ, ਫੰਡਾਮੈਂਟਲ ਰਾਈਟਸ ਵਾਇਲੇਟ ਨਹੀਂ ਹੁੰਦੀਆਂ, ਸਸਪੈਂਡ ਨਹੀਂ ਹੁੰਦੀਆਂ, ਉਹ ਆਰਟੀਕਲ 20 ਅਤੇ 21। ਤੁਸੀਂ ਇਹ ਯਾਦ ਰੱਖਣਾ ਸਟੂਡੈਂਟਸ। ਕੁਐਸਚਨ ਤੁਹਾਨੂੰ ਮੈਂ ਲਿਖ ਕੇ ਦੱਸਣਾ, ਪਲੀਜ਼ ਉੱਤੇ ਨੋਟ ਕਰ ਲਿਓ। ਫਿਰ ਮੈਨੂੰ ਖਾਲੀ ਸਲਾਈਡ ਚਾਹੀਦੀ ਹੈ, ਮੈਂ ਇੱਥੇ ਲਿਖ ਦਿੰਦਾ। ਜਸਟ ਵੇਟ। ਠੀਕ ਹੈ, ਤੁਹਾਨੂੰ ਮੈਂ ਦੱਸ ਦਿੰਦਾ। ਫੰਡਾਮੈਂਟਲ ਰਾਈਟਸ ਆਰ ਸਸਪੈਂਡਡ। ਇਹ ਤੁਸੀਂ ਲਾਈਨ ਲਿਖ ਲਿਓ ਸਟੂਡੈਂਟਸ ਮੇਰੇ ਨਾਲ, ਬਟ not the article 20 and 21, sorry। बहुत इंपॉर्टेंट लाइन है स्टूडेंट्स, प्लीज़ ये नोट कर लो। नेशनल एमरजेंसी के केडी केस च नेशनल एमरजेंसी इन केस ऑफ
नैशनल एमरजेंसी। ठीक है, मतलब ਇਹ ਸਾਰੀਆਂ ਰਾਈਟਸ ਸਾਡੀਆਂ ਖਤਮ ਹੋ ਜਾਣਗੀਆਂ, ਸਸਪੈਂਡ ਹੋ ਜਾਣਗੇ। ਆਰਟੀਕਲ 19 ਵੀ ਹੋ ਜਾਏਗੀ, ਆਰਟੀਕਲ 14 ਵੀ ਹੋ ਜਾਏਗੀ, 15, 16, 17, 18। ਬਟ ਇਹ ਦੋ ਰਾਈਟਸ ਜਿਹੜੀਆਂ ਸਾਡੀਆਂ ਇਹ ਸਸਪੈਂਡ ਨਹੀਂ ਹੋ ਸਕਦੀਆਂ। ਮੈਂ ਬਸ ਇਹ ਤੁਹਾਨੂੰ ਲਿਖਵਾਉਣਾ ਚਾਹੁੰਦਾ ਸੀ। ਠੀਕ ਹੈ, फिर उस तो बाद असीं करांगे स्टूडेंट्स फर्दर द 6 राइट्स आर गारंटेड बाय द आर्टिकल 19 कैन बी सस्पेंडेड ओनली वैन देयर इज़ एक्सटर्नल एमरजेंसी और वॉर और एक्सटर्नल एग्रैशन। हुण मैं दसना जिवें तुहानूं मैं दस्सिया कि इहदे केस च कि जो नैशनल एमरजेंसी लगती है, कोई एक्सटर्नल एग्रैशन वॉर लाइक सिचुएशन आती है, तो यह तुहाडी दो सारिया राइट्स 19 भी वायलेट हो जाती। फ्रीडम तो वायलेट होएगी ना, वॉर लाइक सिचुएशन तुसीं नहीं कह सकते कि मैं बाहर चला लड़ाई होंदी रहे, है ना। लेकिन आर्टिकल 19 भी सस्पेंड हो जाती है किस केस च, नैशनल एमरजेंसी जे की लगी होए सिर्फ एक्सटर्नल एग्रैशन होए बाहरली कोई कंट्री तो। ठीक है, बट नॉट in case of armed rebellion। ठीक है स्टूडेंट्स, असी इन्हां आर्म्ड रिबेलियन के केस नहीं सस्पेंड कर सकते 19 नूं, सिर्फ नैशनल एमरजेंसी के केस सस्पेंड कर सकते हैं। 2 पॉइंट्स बहुत इंपॉर्टेंट है, प्लीज़ लिख लियो। ओके, आगे चलते हैं स्टूडेंट्स। बहुत ही इंपॉर्टेंट है टॉपिक, ध्यान नाल समझो। हुण तुहानूं जिवें कि पता है, एक हुंदे साडे सिटीजन, एक हुंदे साडे फॉरनर्स, एक हुंदे साडे एलियंस। एलियंस स्पेस वाले एलियंस नहीं गल कर रहा, ठीक है। एक सिटीजनस हुंदे जिहड़े साडे अपनी कंट्री है, फॉरनर्स हुंदे जिहड़े बाहरों आंदे आ, ते एक एलियंस हुंदे। एलियंस भी फॉरनर्स हुंदे आ, एक हुंदे फ्रेंडली, एक हुंदे ਜਿਹੜੇ ਸਾਡੇ ਦੁਸ਼ਮਣ ਆ। ਜਿਹੜੇ ਤੇ ਫਰੈਂਡਲੀ ਹੈ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਏਲੀਅਨਸ, ਜਿਹੜੇ ਨੌਨ ਫਰੈਂਡਲੀ ਹੈ ਉਹ ਹੁੰਦੇ ਐਨੀਮੀ ਏਲੀਅਨਸ। ਜਿਵੇਂ ਸਾਡਾ ਪਾਕਿਸਤਾਨ, ਚਾਈਨਾ ਹੈ, ਐਨੀਮੀ ਏਲੀਅਨ ਹੈ। ਠੀਕ ਹੈ, ਹੁਣ ਫੰਡਾਮੈਂਟਲ ਰਾਈਟ ਜਿਹੜੀ ਕਿ ਸਾਨੂੰ ਸਿਟੀਜ਼ਨਸ ਤੇ ਫੋਰਨਰ ਨੂੰ ਮਿਲਦੀ ਹੈ ਐਕਸੈਪਟ ਐਨੀਮੀ ਏਲੀਅਨਸ, ਤੇ ਫੰਡਾਮੈਂਟਲ ਰਾਈਟ ਜਿਹੜੀ ਸਿਰਫ ਸਿਟੀਜ਼ਨ ਨੂੰ ਮਿਲਦੀ ਹੈ ਉਹਦਾ ਟੇਬਲ ਤੁਹਾਡੇ ਸਾਹਮਣੇ ਲਿਖਿਆ। ਪਹਿਲੇ ਅਸੀਂ ਸਿਰਫ ਸਿਟੀਜ਼ਨਸ ਦੀ ਗੱਲ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਜੇ ਸਾਰੇ ਸਿਟੀਜ਼ਨਸ ਆ ਤਾਂ ਅਸੀਂ ਡਿਸਕ੍ਰਿਮੀਨੇਸ਼ਨ ਕੋਈ ਵੀ ਭੇਦਭਾਵ ਨਹੀਂ ਕਰ ਸਕਦੇ ਜਾਤੀ ਜਗ੍ਹਾ ਦਾ, ਮਤਲਬ ਜਿੱਥੇ ਅਸੀਂ ਪੈਦਾ ਹੋਏ ਹਾਂ, ਬਰਥ ਪਲੇਸ, ਜਿੱਥੇ ਸਾਡੇ ਕਾਸਟ ਕੀ ਹੈ, ਸਾਡੀ ਜੈਂਡਰ ਕੀ ਹੈ, ਮੀਨਸ ਅਸੀਂ ਮੇਲ ਆ ਫੀਮੇਲ ਆ, ਇਸ ਆਧਾਰ 'ਤੇ ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਇਕੁਐਲਿਟੀ ਆਫ ਓਪਰਚੁਨਿਟੀ ਇਨ ਦ ਮੈਟਰਸ ਆਫ ਪਬਲਿਕ ਇੰਪਲੋਇਮੈਂਟ। ਜੇ ਕੋਈ ਪਬਲਿਕ ਇੰਪਲੋਇਮੈਂਟ ਹੈ, ਠੀਕ ਹੈ, ਸਪੋਜ਼ ਕਰੋ ਆਰਟੀਕਲ 16 ਕਹਿੰਦੇ ਵੈਸੇ ਇਹਨੂੰ, ਮੈਂ ਤੁਹਾਨੂੰ ਲਿਖ ਦਿੰਦਾ ਆਰਟੀਕਲ, ਇਹਨੂੰ ਕਹਿੰਦੇ ਆਰਟੀਕਲ 16। ਠੀਕ ਹੈ, ਹੁਣ ਕੀ ਹੁੰਦਾ ਕਿ ਜੇ ਸਪੋਜ਼ ਕਰੋ ਕੋਈ ਪਬਲਿਕ ਇੰਪਲੋਇਮੈਂਟ ਹੈ, ਕੋਈ ਜਗ੍ਹਾ ਪਬਲਿਕ ਪਲੇਸ ਹੈ, ਪਬਲਿਕ ਆਫਿਸ ਹੈ, ਉਹਦੇ 'ਚ ਇੰਪਲੋਏ ਹੋਣਾ। ਹੁਣ ਉੱਥੇ ਦਾ ਜਿਹੜਾ ਬੌਸ ਹੈ ਜਾਂ ਉੱਥੋਂ ਦਾ ਜਿਹੜਾ ਮਾਲਿਕ ਹੈ, ਉਸ ਜਾਂ ਜਿਹੜਾ ਵੀ ਉੱਥੋਂ ਦਾ ਹੈੱਡ ਕਹਿ ਸਕਦੇ ਹੋ ਤੁਸੀਂ, ਪ੍ਰਿੰਸੀਪਲ ਕਹਿ ਸਕਦੇ ਹੋ, ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ ਟੀਚਰ ਨੂੰ ਆਪਣੇ ਸਕੂਲ ਦੇ ਵਿੱਚ ਨਹੀਂ ਪੜ੍ਹਾਉਣ ਦੇਣਾ ਕਿਉਂਕਿ ਇਹ ਇਸ ਪਰਟੀਕੂਲਰ ਕਮਿਊਨਿਟੀ ਦਾ, ਇਸ ਪਰਟੀਕੂਲਰ ਜਾਤ ਦਾ, ਇਸ ਪਰਟੀਕੂਲਰ ਜੈਂਡਰ ਦਾ, ਇਹ ਫੀਮੇਲ ਹੈ, ਅਸੀਂ ਫੀਮੇਲ ਨੂੰ ਨਹੀਂ ਅੰਦਰ ਐਂਟਰ ਕਰਨਾ, ਜਾਂ ਮੇਲ ਹੈ, ਮੇਲ ਨੂੰ ਨਹੀਂ ਐਂਟਰ ਕਰਨਾ, ਅਸੀਂ ਨਹੀਂ ਕਰ ਸਕਦੇ। ਠੀਕ ਹੈ, ਸੋ ਇਕੁਐਲਿਟੀ ਆਫ ਓਪਰਚੁਨਿਟੀ ਹੈ ਮੈਟਰਸ ਆਫ ਪਬਲਿਕ ਇੰਪਲੋਇਮੈਂਟ 'ਚ ਵੀ। ਫਿਰ ਪ੍ਰੋਟੈਕਸ਼ਨ ਆਫ ਜਿੰਨੀਆਂ ਸਾਡੀਆਂ ਫੰਡਾਮੈਂਟਲ ਰਾਈਟ, ਫਰੀडम ਆ, ਫਰੀडम ਵੀ ਸਾਰੇ ਸਿਟੀਜ਼ਨਸ ਨੂੰ ਮਿਲਦੇ ਆ। ਲੈਂਗੁਏਜ ਸਕ੍ਰਿਪਟ ਮਾਈਨੋਰਿਟੀਜ਼ ਦੀ ਉਹ ਵੀ ਬਚਾ ਕੇ ਰੱਖ ਸਕਦੇ ਸਿਟੀਜ਼ਨਸ ਦੀ। ਠੀਕ ਹੈ, ਫਿਰ ਰਾਈਟ ਆਫ ਮਾਈਨੋਰਿਟੀਜ਼ ਟੂ ਇਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨ ਇੰਸਟੀਟਿਊਸ਼ਨਸ, ਇਹ ਸਾਰੀਆਂ ਕਿਹੜੀਆਂ ਫੰਡਾਮੈਂਟਲ ਰਾਈਟ ਅਵੇਲੇਬਲ ਟੂ ਦਾ ਸਿਟੀਜ਼ਨਸ। ਤੇ ਜਿਹੜੀ ਸਾਨੂੰ ਫੋਰਨਰਸ ਤੇ ਦੋਵਾਂ ਨੂੰ ਮਿਲਦੀ ਹੈ ਉਹ ਤੁਸੀਂ ਲੈਫਟ ਸਾਈਡ ਤੇ ਪੜੋ। ਜਿਵੇਂ ਇਕੁਐਲਿਟੀ ਬਿਫੋਰ ਲਾ, ਸਪੋਜ਼ ਕਰੋ ਕੋਈ ਫੋਰਨਰ ਸਾਡੀ ਕੰਟਰੀ 'ਚ ਆਉਂਦਾ ਹੈ, ਠੀਕ ਹੈ, ਉਹ ਸਪੋਜ਼ ਕਰੋ ਕੋਈ क्राइम करते, ठीक है, थैफ्ट करता। ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਉਹਦਾ ਜਿਹੜਾ ਕੋਈ ਲਾਅ ਕੋਈ ਹੋਰ ਲਾਵਾਂਗੇ ਕਿ ਫੋਰਨਰ ਹੈ, ਨਹੀਂ, ਉਹਨੂੰ ਵੀ ਉਹੀ ਧਾਰਾ ਲੱਗਣੀ ਹੈ ਜਿਹੜੀ ਕਿ ਇੱਕ ਇੰਡੀਅਨ ਬੰਦੇ ਨੂੰ ਥੈਫਟ ਤੇ ਧਾਰਾ ਲੱਗਦੀ ਹੈ। ਸੋ ਇਹ ਮਤਲਬ ਕਿ ਇਕੁਐਲਿਟੀ ਬਿਫੋਰ ਲਾਅ, ਪ੍ਰੋਟੈਕਸ਼ਨ ਇਨ ਰਿਸਪੈਕਟ ਟੂ ਕਨਵਿਕਸ਼ਨ ਫॉर ਅਫੈਂਸਿਸ। ਸਪੋਜ਼ ਕਰੋ ਹੁਣ ਉਹਨੂੰ ਕਨਵਿਕਟ ਹੋ ਗਿਆ, ਮੀਨਸ ਉਹਨੂੰ ਸਜ਼ਾ, ਉਹਨੂੰ ਫੜ ਲਿਆ, ਅਰੈਸਟ ਕਰ ਲਿਆ, ਹੁਣ ਉਹਨੂੰ ਸਜ਼ਾ ਦੇਣੀ ਹੈ, ਤਾਂ ਉਹਨੂੰ ਵੀ ਜਿਹੜੀ ਸਜ਼ਾ ਮਿਲਣੀ ਹੈ ਜਿਹੜੀ ਇੰਡੀਆ ਦੇ ਬੰਦੇ ਨੂੰ ਲਾਅ ਦੇ ਅਕੋਰਡਿੰਗਲੀ ਮਿਲਣੀ ਹੈ, ਜਾਂ ਪ੍ਰੋਟੈਕਸ਼ਨ ਵੀ ਇੰਡੀਆ ਨੂੰ ਮਿਲਣੀ ਹੈ। ਜਿਹਦਾ ਕੋਈ ਸਿਟੀਜ਼ਨ ਹੈ ਨਾ, ਉਹਨੂੰ ਪ੍ਰੋਟੈਕਸ਼ਨ ਮਿਲਦੀ ਹੈ ਗਵਰਨਮੈਂਟ ਦੀ, ਜਿਹਦਾ ਬੇਲ ਕਹਿ ਲਓ, ਬੇਲ ਮਿਲਦੀ ਨਾ ਬੇਲ, ਉੱਦਾਂ ਹੀ ਉਹਨੂੰ ਵੀ ਮਿਲ ਸਕਦੀ ਹੈ। ਤਾਂ ਇਸ ਕੇਸ 'ਚ ਇਕੁਐਲਿਟੀ ਹੈ, ਕੋਈ ਫਰਕ ਨਹੀਂ ਹੈ ਕਿ ਉਹ ਬਾਹਰੋਂ ਆਇਆ ਉਹਨੂੰ ਬੇਲ ਨਹੀਂ ਮਿਲ ਸਕਦੀ। ਠੀਕ ਹੈ, ਪ੍ਰੋਟੈਕਸ਼ਨ ਆਫ ਪਰਸਨਲ ਲਾਈਫ ਐਂਡ ਲਿਬਰਟੀ। ਅਸੀਂ ਕੋਈ ਫੋਰਨਰ ਤੋਂ ਬੰਦਾ ਆਇਆ ਉਹਨੂੰ ਇਹ ਨਹੀਂ ਕਹਿ ਸਕਦੇ ਤੈਨੂੰ ਸਾਹ ਲੈਣ ਦਾ ਹੱਕ ਨਹੀਂ ਹੈ, ਇੱਥੇ ਤੈਨੂੰ ਰੋਟੀ ਖਾਣ ਦਾ
ਦਾ ਹੱਕ ਨਹੀਂ ਹੈ ਇੱਥੇ, ਠੀਕ ਹੈ, ਤੈਨੂੰ ਬਾਹਰ ਘੁੰਮਣ ਦਾ ਹੱਕ ਨਹੀਂ ਹੈ। ਸੋ ਇਹ ਬੇਸਿਕ ਚੀਜ਼ਾਂ ਉਹਨੂੰ ਇਹ ਦੇਣੀਆਂ, ਫੋਰਨਰਸ ਨੂੰ ਵੀ ਦੇਣੀਆਂ। ਰਾਈਟ ਟੂ ਲਾਈਫ ਹੈ, ਰਾਈਟ ਟੂ ਹੈਲਥ, ਜੇ ਸਪੋਜ਼ ਕੋਈ ਹੈਲਥ ਖਰਾਬ ਹੈ, ਅਸੀਂ ਗਵਰਨਮੈਂਟ ਕੇ ਹਸਪੀਟਲ 'ਤੇ ਜਾ ਕੇ ਉਹ ਜਾ ਕੇ ਆਪਣਾ ਇਲਾਜ ਕਰਾਉਂਦਾ, ਉਹਨੂੰ ਪ੍ਰੋਪਰ ਸਰਵਿਸਿਜ਼ ਦੇਣੀਆਂ ਨੇ। ਇਕੁਐਲਿਟੀ ਹੈ ਇਸ ਕੇਸ 'ਚ। ਫਿਰ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ, ਹੁਣ ਸਪੋਜ਼ ਕਰੋ ਉਹਨੂੰ ਅਰੈਸਟ ਕਰਨਾ ਹੈ, ਤਾਂ ਅਰੈਸਟ ਹੋਣ ਦਾ ਜਿਹੜਾ ਪ੍ਰੋਸੀਜਰ ਹੈ ਜੇ ਇੰਡੀਅਨ ਬੰਦੇ ਨੂੰ ਲੱਗਦਾ ਉਹੀ ਉਹਨੂੰ ਲੱਗਣਾ। ਸੋ ਇਹ ਚੀਜ਼ਾਂ ਤੁਸੀਂ ਲੈਫਟ ਸਾਈਡ 'ਤੇ ਤੁਸੀਂ ਪਲੀਜ਼ ਪੜ੍ਹਿਓ, ਠੀਕ ਹੈ। ਇਹ ਕੰਪੈਰੀਜ਼ਨ ਤੁਸੀਂ ਕਰਨਾ ਹੈ। ਕੋਈ ਡਾਊਟ ਆਏਗਾ ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣਾ ਹੈ। ਆਈ ਵਾਂਟ ਕਿ ਤੁਹਾਨੂੰ ਇਹ ਚੀਜ਼ਾਂ ਯਾਦ ਹੋਣ। ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ which are the rights which are available both to the citizens as well as foreigners। तो ਤੁਹਾਨੂੰ ਥੱਲੇ ਲਿਸਟ ਦਿੱਤੀ ਹੈ, ਇਸ ਤੋਂ ਬਾਹਰ ਕੋਈ ਕੁਐਸਚਨ ਨਹੀਂ ਆਏਗਾ। ਓਨਲੀ ਟੂ the citizens ਉਹਦੀ ਵੀ ਲਿਸਟ ਦਿੱਤੀ ਹੋਈ ਹੈ ਤੁਹਾਨੂੰ। ਅੱਗੇ ਹੁਣ ਚੱਲਦੇ ਹਾਂ ਅਸੀਂ। ਹੁਣ ਅਸੀਂ ਪੜਾਂਗੇ ਇਕੁਐਲਿਟੀ ਰਾਈਟਸ, ਠੀਕ ਹੈ। ਰਾਈਟ ਟੂ ਇਕੁਐਲਿਟੀ ਜਿਵੇਂ ਕਿ ਤੁਹਾਨੂੰ ਪਤਾ ਹੈ ਆਰਟੀਕਲ 14 ਤੋਂ ਲੈ ਕੇ 18 ਦੇ ਵਿੱਚ ਆਉਂਦੀ ਹੈ। ਆਰਟੀਕਲ 14 ਤੋਂ ਲੈ ਕੇ 18 ਦੇ ਵਿੱਚ, ਠੀਕ ਹੈ। ਇਕੁਐਲਿਟੀ, ਸਾਰੇ ਇਕੁਅਲ ਨੇ, ਅਸੀਂ ਸਾਡੇ 'ਚ ਕੋਈ ਭੇਦਭਾਵ ਨਹੀਂ ਹੈ, ਠੀਕ ਹੈ। ਉਹਦੇ ਵਿੱਚ ਦੋ ਚੀਜ਼ਾਂ ਅਸੀਂ ਪੜ੍ਹਨੀਆਂ ਸਟੂਡੈਂਟਸ। ਇੱਕ ਹੁੰਦਾ ਇਕੁਐਲਿਟੀ ਬਿਫੋਰ ਲਾਅ, ਠੀਕ ਹੈ, ਤੇ ਇੱਕ ਹੁੰਦਾ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਤੁਹਾਨੂੰ ਮੈਂ ਥੋੜ੍ਹਾ ਜਿਹਾ ਸਮਝਾਉਣਾ ਚਾਹਾਂਗਾ, ਪਹਿਲਾਂ ਇਹ ਚੀਜ਼ ਰੀਡ ਕਰਨ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਸਮਝੋ ਸਟੂਡੈਂਟਸ ਉਹ ਵਾਲੀ ਚੀਜ਼। ਦੇਖੋ, ਇੱਕ ਹੁੰਦਾ ਹੈ, ਮੈਂ ਡਿਵਾਈਡ ਕਰਕੇ ਦੱਸਣਾ ਤੁਹਾਨੂੰ, ਇਕੁਐਲਿਟੀ ਬਿਫੋਰ ਲਾਅ। ਇੱਕ ਹੁੰਦਾ ਹੈ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਇਕੁਐਲਿਟੀ ਬਿਫੋਰ ਲਾਅ ਦਾ ਮੀਨਸ ਕਿ ਜਿਹੜੇ ਲਾਅ ਹੈ ਨਾ ਉਹਦੇ ਵਾਸਤੇ ਸਾਰੇ ਲੋਕੀ ਸੇਮ ਆ। ਕੋਈ XYZ ਪਰਸਨ ਹੈ, ਸਪੋਜ਼ ਕਰੋ ਆ A ਹੈ, ਆ B ਹੈ, ਆ C ਹੈ, ਤੇ ਆ ਜਿਹੜਾ ਲਾਅ ਆ, ਠੀਕ ਹੈ, ਆ ਤਿੰਨਾਂ ਵਾਸਤੇ ਸੇਮ ਹੈ। ਇਹਨੇ ਸਪੋਜ਼ ਕਰੋ ਕ੍ਰਾਈਮ ਕੀਤਾ ਕੋਈ, ਇਹਨੂੰ ਵੀ ਉਹੀ ਧਾਰਾ ਲੱਗਣੀ ਹੈ। B ਨੇ ਉਹ ਕ੍ਰਾਈਮ ਕੀਤਾ ਸੇਮ, ਇਹਨੂੰ ਵੀ ਉਹੀ ਧਾਰਾ ਲੱਗਣੀ ਹੈ। C ਨੇ ਕ੍ਰਾਈਮ ਕੀਤਾ ਤੇ ਇਹਨੂੰ ਵੀ ਥੈਫਟ ਦੀ ਸੇਮ ਧਾਰਾ ਲੱਗਣੀ ਹੈ। ਸੋ ਬੇਸਿਕਲੀ ਜਿਹੜੀ ਲਾਅ ਜਿਹੜਾ ਹੁੰਦਾ ਨਾ ਇਕੁਐਲਿਟੀ ਬਿਫੋਰ ਲਾਅ, ਠੀਕ ਹੈ, ਲਾਅ ਸਾਰਿਆਂ ਵਾਸਤੇ ਕੀ ਹੁੰਦਾ, ਬਰਾਬਰ ਹੁੰਦਾ। देयर इज़ नो डिस्क्रिमिनेशन इन लॉ कि ये XYZ बंदा है, ये थोड़ा जिहा अमीर है, ये लिए असीं थोड़ा जिहा घट सज़ा दे दिंदे आ, ठीक है। यह बंदा जिहड़ा हैगा वा गरीब है, वध सज़ा दे दी, ठीक है। माड़ा बंदा जिद्दां कहने ना असीं माड़े बंदे ते अत्याचार हो जाता कई बारी, वो चीज़ नहीं हो सकती। प्रोटैक्टेड है, कॉन्स्टिट्यूशन च प्रोटैक्शन दित्ती है। हाँ, हुंदा किन्ना है इंप्लीमेंट यह रब जानदा है, ठीक है ना। इक्वैलिटी बिफोर लॉ द मीनस कि लॉ इज़ इक्वल टू ऑल। जिहड़ी धारा ए बंदे नूं लगनी है थैफ्ट करन दी, बी नूं भी थैफ्ट करन दी उही धारा लगनी है, उस कोई डिफरेंस नहीं है, ठीक है। हुण सपोज करो अगे वधदे इक्वल प्रोटैक्शन ऑफ लॉ। इहदा की मतलब हुंदा, इक्वल प्रोटैक्शन ऑफ लॉ का मतलब हुंदा स्टूडेंट्स, इहदा मैं तुहानूं एग्जाम्पल च दसदा। यह ए बंदा है, यह बी बंदा है। ए बंदा बहुत रिच है, वैरी रिच, ठीक है, लाइक अडानी अंबानी, अडानी अंबानी, ठीक है। बी बंदा है, यह पुअर है, लोअर मिडल क्लास कह लो या लोअर क्लास कह लो, बहुत ज़्यादा बुरे हाल है। हुण स्टूडेंट्स सपोज करो इहदा ए बंदे का भी, ए बंदे का ना जिदा चलो इन्हां दा हुंदा ते नहीं, मैं तुहानूं एग्जाम्पल दे रहा कि ये बंदा ना जिहड़ा रिच है बहुत जिहड़ा, ठीक है, इहदा की हो जाता चलान हो जाता है, की हो जाता चलान, सीट बेल्ट नहीं पाई दी सी इन्हें। तो जिहड़ा बी बंदा है ना इहदा भी चलान हो जाता है, ठीक है। इन्हें हैलमेट नहीं सी पाए दा, क्योंकि माड़े बंदे को स्कूटर ते अमीर बंदे को गड्डी। सो की हुंदा है इन्हां दी भी RC जब्त हो जाती है, इहदी भी RC जब्त हो जाती है। हुण यह जांदे आ कोर्ट च, इन्हां नूं कोर्ट च जांदे CGM कोर्ट च, तुहानूं पता CGM दे विच बुलांदे। होप सो सारिਆਂ ने एक बार अपनी लाइफ से चलान कटवाए दे। फिर उस तो बाद की हुंदा है कि जिहड़ा ए बंदा है ना, ठीक है, जो यह पेश हुंदा इहदे सामने जज के सामने,
ठीक है, ये बंदा कितने पेश होंगे जज सामने। हुण ओबवियसली जिहड़ा ये बंदा ना वो बहुत वैल इक्विप्ड है, अच्छे खासे पैसे है उहदे कोल। और जो CGM देखेगा यार ये बंदा ना कि इनू असीं फाइन की कर सकते, थोड़ा नॉर्मल ज़्यादा रख सकते, ज़्यादा नहीं मतलब जिन्ना सपोज करो 500 रुपीज़ फाइन, इनू 500 रुपीज़ फाइन पाता, ठीक है। उन्होंने पता है कि यह बंदा पे कर देगा, तो जो नॉर्मल फाइन है 500 रुपये इनू पाता, ठीक है, इनू पाता जी 500 रुपये फाइन, इनू पाता 500 फाइन, ठीक है। हुण मैं ए बंदा रब करके इत्थे जगह की लैके आ रहा, बी वाला बंदा लैके आ रहा। हुण इत्थे आ गया जी बी, ठीक है। हुण जिहड़ा बी वाला बंदा है ना यह पुअर है, हुण 500 रुपया फाइन है, ये बेचारे दी दिहाड़ी जिहड़ी हैगी है 300 रुपये की है पर डे, दिहाड़ीदार बंदा, मजदूर बंदा। हुण जिहड़ा बंदा 300 रुपया एक दिन का कमा रहा दिहाड़ी ला के, क्या वो फाइन दे सकता 500 रुपया? मैनू नहीं लगता। सो उत्थे की करेगी जिहड़ी सुप्रीम कोर्ट कह रहे हैं, जिहड़े भी जज साहब बैठे होणगे वो उन्होंने की कर देंगे, थोड़ा लीनियंसी दे देंगे, उन्होंने कह देंगे कि चल ठीक है मुंडे तू 50 रुपये दे दे फाइन के तौर पर, ठीक है, तू 100 रुपये दे दे। हुण तुसीं इत्थे मैनूं पुछोगे कि इत्थे सर डिस्क्रिमिनेशन किवें होगी? तुसीं ते कहा सीगा कि कोई डिस्क्रिमिनेशन नहीं कर सकते लॉ के केस च, जिहड़े फाइन उन्होंने पैना चाहिए सी, ए नूं उन्होंने भी यही पैना चाहिए सीगा, बट नहीं। ईक्वल प्रोटैक्शन ऑफ लॉ, ये 2 लाइनां तुहानूं मैं हुण समझाणियां, ठीक है। देखो जो 2 बंदे बराबर है ना, तो ए ते बी बंदा बराबर आ, तुसीं उहदे च बराबरी कर सकते हो यार। कोई बेचारा इत्थे है, एक बंदा इत्थे है, क्या तुसीं उन्हां दी बराबरी कर सकते हो? ए वाला बंदे ने जिन्ना फाइन देना है, क्या ए वाला बंदा दे सकता है? बिल्कुल भी नहीं दे सकता। सो 2 लाइन्स बहुत इंपॉर्टेंट आंदियां। इक्वल्स शुड बी ट्रीटेड इक्वली, यह लाइन तो बिल्कुल ठीक है, बट क्या अनइक्वल्स शुड बी ट्रीटेड इक्वली और नॉट? क्या जिहड़े 2 बंदे बराबर नहीं है, क्या असी उन्होंने इक्वली कर सकते हैं ट्रीट? एक अमीर ते गरीब बंदा है, उन्होंने असी कभी एक लाइन ते रख सकते हैं? नहीं रख सकते। सो उस बंदे नूं थोड़ी हैल्प करनी पैंदी है उत्ते लैके आने वास्ते, तो वो प्रोटैक्शन कौन दिंदी है? साडी कोर्ट्स दिंदी है। सो 2 लाइनां तुहानूं मैं लिखवावांगा, बहुत कन्फ्यूजन हुंदी है, प्लीज़ तुसीं ध्यान नाल लिखना है। इक्वल प्रोटैक्शन ऑफ लॉ के केस च कह रहा मैं। पहली लाइन, इक्वल्स कैन बी ट्रीटेड equally but unequals should not be treated equally। सो ये भी तो कह सकते ना असी कि unequals should be treated अनइक्वली। तुसी प्लीज़ नाल नाल मेरी डिक्टेशन दे नाल ही लिख लियो, बिकॉज राइटिंग का थोड़ा इशू रहिंदा सानू। सो मैं चाहना मैं तुहानूं एक बारी फिर लाइन्स रिपीट कर देना। इक्वल्स कैन बी ट्रीटेड इक्वली, इक्वल्स कैन बी ट्रीटेड इक्वली बट अनइक्वल्स शुड नॉट बी ट्रीटेड इक्वली। सो वी कैन से दैट अनइक्वल्स शुड बी ट्रीटेड अनइक्वली। लाइन्स थोड़ी जी कन्फ्यूज करनगियां, लेकिन तुसी 1-2 बारी लैक्चर नूं फिर तो सुनोगे, तुहानूं आ जाएगा समझ। इसी नेक्स्ट चलते हैं। सो इक्वैलिटी बिफोर लॉ, आर्टिकल 14 की कहता है दैट नो पर्सन शैल बी डिनाइड द ट्रीटमेंट ऑफ इक्वैलिटी बिफोर लॉ और द इक्वल प्रोटेक्शन ऑफ लॉ विद इन द टेरिटरी ऑफ इंडिया। तो यही दोवें चीज़ां तुहानूं मैं समझाती हैं कि कोई भी परसन है उन्होंने असी डिनाई नहीं कर सकते इक्वैलिटी। 2 तरह की इक्वैलिटी होंदी है, इक्वैलिटी बिफोर लॉ एंड द इक्वल प्रोटेक्शन ऑफ लॉ। कोई भी बंदे नूं डिनाई नहीं कर सकते। द राइट इज एक्सटेंडेड टू ऑल द पर्सन, चाहे वो सिटीजन है, फॉरनर है, कोई कॉरपोरेशन है, कोई कंपनी है, कोई सोसाइटी है। सो यह चीज़ तुम याद रखनी है कि जी फंडामेंटल राइट्स आ
एक है लीगल एंटिटी दे वास्ते भी असीं लै सकते हैं। कंपनियां जिहड़ियां हुंदियां ने, सोसाइटीज़ जिहड़ियां हुंदियां ने, वो भी क्लेम कर सकदियां ने राइट्स। किन्ने क्या है? आर्टिकल 14 ने। होप सो तुहानूं यह समझ आ गया होएगा। आर्टिकल 14 साडा हुण कंप्लीट हुंदा स्टूडेंट्स। इहदे नाल कोई भी डाउट होएगा कमेंट सैक्शन ते लिख दिओ, वो तो डाउट सॉल्व कर दांगे असीं। ठीक है स्टूडेंट्स, दिस वाज आर्टिकल 14। नेक्स्ट ही चलते हैं। सम एक्सैप्शनस आर देयर। हुण आर्टिकल 14 ते असी कर लिया, लेकिन आर्टिकल 14 तुहानूं मैं जिवें दस्सिया कोई भी फंडामेंटल राइट साडी एब्सोल्यूट नहीं है। सारियां दी फंडामेंटल राइट दे अगे की है? रिस्ट्रिक्शंस ने। ईच फंडामेंटल राइट हैज़ ऑल द रिस्ट्रिक्शंस। हर एक दे अगे बंदिशां लगियां होईयां ने। जिवें 361 आर्टिकल के अकॉर्डिंगली स्टूडेंट्स की हुंदा जिहड़ा प्रेजिडेंट ये हुंदा इंडिया का, ते गवर्नर कित्थों दा हुंदा? स्टेट का। इज़ नॉट आंसरेबल टू द कोर्ट ऑफ लॉ जे वो अपनी ड्यूटी के दौरान कोई भी मिसयूज़ करता है अपने पावर की, कोई भी गलती करता है, वो बंदा प्रेजिडेंट ते गवर्नर इज़ नॉट आंसरेबल टू द कोर्ट ऑफ लॉ। तुसी इत्थे नहीं कह सकते कि वो भी एक साडा सिटीजन ऑफ कंट्री है तो तुसी क्यों उहदे नाल डिस्क्रिमिनेशन करते पे हो? जो सज़ा के लायक है जे वो गलत काम कर रहे हैं, बट नहीं। एक्सैप्शन साडी लिख छड्डी थी आर्टिकल 361 दे विच कि प्रेजिडेंट या गवर्नर ऑफ स्टेट जे कोई भी इदां दा काम दे दौरान कुछ एक्शन गलत हो जाता है तो वो कोर्ट दे अगे आंसरेबल नहीं होएगा। एंड नो सिविल और क्रिमिनल प्रोसीडिंग कैन अकर और कंटिन्यू अगेंस्ट देम इन द कोर्ट ड्यूरिंग द टर्म ऑफ ऑफिस। एज पर आर्टिकल 361 नो सिविल और कोर्ट प्रोसीडिंग कैन अकर but for publishing any substantial true report of either house of the parliament and the state legislature। ਇਹਦੇ ਵਿੱਚ ਤੁਸੀਂ ਸਿਰਫ ਇੰਨਾ ਯਾਦ ਰੱਖਣਾ ਹੈ ਕਿ ਪ੍ਰੈਜ਼ੀਡੈਂਟ ਤੇ ਗਵਰਨਰ ਦੇ ਕੇਸ ਦੇ ਵਿੱਚ ਅਸੀਂ ਉਹਨਾਂ ਨੂੰ ਕੋਰਟ ਆਫ ਲਾਅ 'ਚ ਨਹੀਂ ਲੈ ਸਕਦੇ, ਮੀਨਸ ਆਰਟੀਕਲ 14 ਉਹਨਾਂ ਤੇ ਐਪਲੀਕੇਬਲ ਨਹੀਂ ਹੈ। ਬਸ ਇੰਨਾ ਯਾਦ ਰੱਖੋ। नो ਮੈਂਬਰ ਆਫ ਪਾਰਲੀਮੈਂਟ ਆਰਟੀਕਲ 105 ਤੇ ਸਟੇਟ ਲੈਜਿਸਲੇਚਰ ਆਰਟੀਕਲ 194 ਪਲੀਜ਼ ਇਹ ਤੁਸੀਂ ਯਾਦ ਰੱਖ ਲਿਓ। ਸ਼ੈਲ ਬੀ ਲਾਇਬਲ ਟੂ ਦ ਕੋਰਟ ਪ੍ਰੋਸੀਡਿੰਗਸ ਇਨ ਰਿਸਪੈਕਟ ਆਫ ਐਨੀ ਸੈਟ। ਜੋ ਮੈਂਬਰ ਆਫ ਪਾਰਲੀਮੈਂਟ ਹੁੰਦੇ ਨੇ MP ਤੇ MLA, ਇਹ ਜੋ ਆਪਣੀ ਕੋਰਟ ਆਪਣੇ ਉਹਦੇ ਪ੍ਰੋਸੀਡਿੰਗਸ ਹੁੰਦੀਆਂ ਨਾ ਪਾਰਲੀਮੈਂਟ ਦੀ ਜਾਂ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਹੁੰਦੀਆਂ, ਉਹਦੇ ਵਿੱਚ ਜੋ ਵੀ ਕੁਝ ਕਹਿੰਦੇ ਆ ਉਸ ਅਗੇਂਸਟ ਇਹਨਾਂ ਦੇ ਉੱਤੇ ਐਕਸ਼ਨ ਨਹੀਂ ਲਿਆ ਜਾ ਸਕਦਾ। ਇਹਨਾਂ ਨੂੰ ਫਰੀडम ਆਫ ਸਪੀਚ ਹੁੰਦੀ ਹੈ, ਕੁਝ ਵੀ ਬੋਲ ਸਕਦੇ ਉੱਥੇ ਜਾ ਕੇ। द फॉरन रूलर्स, अंबैसडर्स, डिप्लोमैट्स ਜਿਹੜੇ ਸਾਡੇ ਕੰਟਰੀ 'ਚ ਬਾਹਰੋਂ ਅੰਬੈਸਡਰ ਆਉਂਦੇ ਆ, ਬਾਹਰ ਦੀ ਕੰਟਰੀ ਤੋਂ ਆਉਂਦੇ ਇੱਥੇ ਆ ਕੇ ਰਿਪਰੈਜ਼ੈਂਟ ਕਰਦੇ ਆ, ਉਹਨਾਂ ਵਾਸਤੇ ਵੀ ਅਸੀਂ ਕਮਿਊਨਿਟੀ ਪ੍ਰੋਵਾਈਡ ਕਰਦੇ ਆ ਕ੍ਰਿਮੀਨਲ ਤੇ ਸਿਵਲ ਪ੍ਰੋਸੀਡਿੰਗਸ ਦੀ। ਓਕੇ ਸਟੂਡੈਂਟਸ, ਬਹੁਤ ਇੰਪੋਰਟੈਂਟ ਸੀਗੀਆਂ ਐਕਸੈਪਸ਼ਨਸ। ਪਹਿਲੀ ਸੀ ਪ੍ਰੈਜ਼ੀਡੈਂਟ ਐਂਡ ਗਵਰਨਰਸ ਵਾਸਤੇ, ਮੈਂਬਰ ਆਫ ਪਾਰਲੀਮੈਂਟ ਐਂਡ MLAs ਵਾਸਤੇ, ਤੇ ਤੀਸਰੀ ਸੀਗੀ ਅੰਬੈਸਡਰਸ ਵਾਸਤੇ। ਅੱਗੇ ਹੀ ਚੱਲਦੇ ਆ ਸਟੂਡੈਂਟਸ। आर्टिकल 15 हूँ प्रोहिबिशन ऑफ स्टार्ट करांगे। आर्टिकल 15 जो बहुत ही इंपॉर्टेंट है स्टूडेंट्स, ठीक है। बेसिकली की होंगी है आर्टिकल 15 जो 14 इक्वैलिटी दी है ना, तो आर्टिकल 15 की है डिस्क्रिमिनेशन दी राइट है। ध्यान ना समझ लियो, राइट अगेंस्ट डिस्क्रिमिनेशन। डिस्क्रिमिनेशन राइट केड़ी है? आर्टिकल 15। इक्वालिटी राइट केड़ी है? आर्टिकल 14। ठीक है। सो प्रोहिबिशन ऑफ डिस्क्रिमिनेशन, आर्टिकल 15 प्रोवाइड्स दैट नो सिटीजन कैन बी डिस्क्रिमिनेटेड ऑन द ग्राउंड्स ऑफ, तो तुसी ये सारे ग्राउंड्स का नाम याद रखना है। पहला रिलीजन, रेस, कास्ट, सैक्स और प्लेस ऑफ बर्थ। स्टूडेंट्स डायरैक्ट क्वेश्चन आ सकता है ए 6 ਦੇ 5 कीवर्ड्स ਦੇ ਵਿੱਚੋਂ ही जे आएगा डिस्क्रिमिनेशन, फिर ही टिक मार्क करना है। ए लिख लो चंगी तरह, 1 2 3 4 ਤੇ 5 रिलीजन, रेस, कास्ट, सैक्स एंड प्लेस ऑफ बर्थ याद होने चाहिए ਤੁਹਾਨੂੰ। ਇਹ 5 ਕੰਡੀਸ਼ਨਸ ਹੈ ਜਿਨ੍ਹਾਂ ਦੇ ਬੇਸਿਸ ਤੇ डिस्क्रिमिनेशन, भेदभाव। डिस्क्रिमिनेशन ਦਾ ਵੀ ਤੁਹਾਨੂੰ ਮੈਂ ਇੱਕ ਵਾਰੀ ਮਤਲਬ ਦੱਸ ਦਿੰਦਾ, भेदभाव, भेदभाव नहीं कर सकते। एक्सैप्शन भी तो है, मैं ਤੁਹਾਨੂੰ ਜਿਵੇਂ ਕਿਹਾ ਸੀ कोई भी फंडामेंटल राइट साइड की नहीं है। कमेंट बॉक्स लिखो स्टूडेंट्स, एब्सोल्यूट नहीं है। हर एक नू की है रिस्ट्रिक्शन, बंदिशां ने सरकार ने दे दित्तियां, बट उन्होंने की एब्सोल्यूट टर्म च नहीं दिता। क्यों? एब्सोल्यूट टर्म च जे असीं राइट दे दांगे तो लोग की कर देंगे, इस कंट्री दे विद्रोह करना शुरू कर देंगे, तो इत्थे बिल्कुल ही कंडीशनां खराब हो जाणगियां। एक्सैप्शनस की ने स्टूडेंट्स, सर्टन प्रोविजनस कैन बी मेड फॉर द चिल्ड्रन,
ठीक है। ਵੂਮੈਨ ਸਿਟੀਜ਼ਨਸ, ਜਿਵੇਂ ਕਿ ਤੁਹਾਨੂੰ ਦੀ ਜੌਬ 'ਚ 33% ਰਿਜ਼ਰਵੇਸ਼ਨਾਂ ਦੇ ਰਹੀ ਹੈ ਨਾ ਸਰਕਾਰ ਵੂਮੈਨਸ ਨੂੰ, ਕੁੜੀਆਂ ਨੂੰ, ਸੌਰੀ ਵੂਮੈਨਸ ਵੂਮੈਨ ਨੂੰ। ਕਿਉਂ ਦੇ ਰਹੀ ਹੈ? ਕਿਉਂਕਿ ਇਹ ਲਿਖਿਆ ਹੋਇਆ ਹੈ ਕਿ ਜਦੋਂ ਵੀ ਕੇਸ 'ਚ ਅਸੀਂ ਕੋਈ ਪ੍ਰਿਵਿਲੇਜ ਦੇਣਾ ਵਾ, ਅਸੀਂ 3 ਪਰਟੀਕੂਲਰ ਕੈਟੇਗਰੀ 'ਚ ਦੇ ਸਕਦੇ ਹਾਂ। ਔਰਤ ਜਾਤ ਨੂੰ ਦੇ ਸਕਦੇ ਹਾਂ, ਬੱਚਿਆਂ ਨੂੰ ਦੇ ਸਕਦੇ ਹਾਂ, ਅਤੇ ਜਿਹੜੇ ਵੀ ਸੋਸ਼ਲੀ ਐਂਡ ਇਕਨੋਮਿਕਲੀ ਬੈਕਵਰਡ ਕਲਾਸਿਸ ਹੁੰਦੀਆਂ ਜਿਵੇਂ SC ST ਅਤੇ OBC, ਐਕਸੈਪਸ਼ਨਾਂ ਪ੍ਰੋਵਾਈਡ ਕਰਤੀਆਂ ਕਿ ਇਹਨਾਂ ਨੂੰ ਅਸੀਂ ਦੇ ਸਕਦੇ ਹਾਂ ਵੱਧ ਤੋਂ ਵੱਧ ਫੈਸਿਲਿਟੀਜ਼। ਤੁਸੀਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਵੂਮਨ ਦੇ ਬੇਸ 'ਤੇ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਰਹੇ ਹੋ ਅਤੇ ਇਹ ਤਾਂ ਅਗੇਂਸਟ ਚੱਲ ਗਿਆ, ਡਿਸਕ੍ਰਿਮੀਨੇਸ਼ਨ ਹੋ ਗਈ। ਨਹੀਂ, ਇਸ ਲਈ ਲਿਖਤਾ ਗਿਆ, ਹਰ ਚੀਜ਼ ਨੂੰ ਲਿਖਤਾ ਗਿਆ। ਸਾਡਾ ਕੌਨਸਟੀਟਿਊਸ਼ਨ ਇਸ ਨਾਲ ਲੰਬਾ ਤਾਂ ਬਣਿਆ ਕਿਉਂਕਿ ਹਰ ਚੀਜ਼ ਨੂੰ ਇੱਥੇ ਕੋਡੀਫਾਈ ਕੀਤਾ ਹੋਇਆ, ਹਰ ਚੀਜ਼ ਨੂੰ ਲਿਖਿਆ ਹੋਇਆ, ਅਤੇ ਇਹ ਚੰਗੀ ਗੱਲ ਵੀ ਹੈ। ਡਾਕਟਰ BR ਅੰਬੇਦਕਰ ਨੇ ਜੋ ਕੰਮ ਕੀਤਾ ਨਾ ਸਾਡੀ ਕੰਟਰੀ ਵਾਸਤੇ, ਬਹੁਤ ਵੱਡਾ ਕੰਮ ਕਰ ਗਿਆ। ਸ਼ਾਇਦ ਹੀ ਕੋਈ ਐਸਾ ਬੰਦਾ ਹੈ ਜਿਹਨੇ ਅੱਜ ਤੱਕ ਐਡੀ ਵੱਡੀ ਅਚੀਵਮੈਂਟ ਹਾਸਿਲ ਕੀਤੀ ਹੈ। ਜੇ ਅੱਜ ਦੇ ਟਾਈਮ 'ਚ ਸਾਡਾ ਕੌਨਸਟੀਟਿਊਸ਼ਨ ਨਾ ਲਿਖਿਆ ਹੁੰਦਾ ਤਾਂ ਸਾਡੀ ਜਿੰਨੀ ਇੰਨੀ ਡਾਈਵਰਸਿਟੀ ਹੈ, ਇੰਨੇ ਇੱਥੇ ਜਾਤ ਪਾਤ ਕਿੰਨਾ ਕੁਛ ਹੁੰਦਾ ਹੈ, ਤੇ ਸਾਡੀ ਕੰਟਰੀ ਐਗਜ਼ਿਸਟ ਨਹੀਂ ਕਰ ਸਕਦੀ। ਸੋ ਅਸੀਂ ਦੇਣੀ ਨਹੀਂ ਦੇ ਸਕਦੇ ਉਹਨਾਂ ਦੇ ਡਾਕਟਰ BR ਅੰਬੇਦਕਰ ਦੀ। ਸੋ ਅਸੀਂ ਰਿਜ਼ਰਵੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ, ਬੇਸਿਕਲੀ ਲਿਖਿਆ ਹੋਇਆ ਹੈ, ਅਸੀਂ ਡਿਸਕ੍ਰਿਮੀਨੇਸ਼ਨ ਨਹੀਂ ਹੈ। ਅਤੇ ਰਿਜ਼ਰਵੇਸ਼ਨ ਜਿਹੜੀ ਇੱਦਾਂ ਦੀ ਕਮਿਊਨਿਟੀਜ਼ ਹੁੰਦੀਆਂ SC ST ਨੂੰ, ਤਾਂ ਉਹ ਪ੍ਰੋਵਾਈਡ ਵੀ ਕਰਨੀਆਂ ਚਾਹੀਦੀਆਂ ਨੇ। ਕਈ ਲੋਕ ਬੋਲਦੇ ਹੈ ਕਿ ਜਿਹੜੀ ਰਿਜ਼ਰਵੇਸ਼ਨਸ ਹੈ ਲੋਕੀ ਕਾਫੀ ਹਾਈ ਕਲਾਸ ਹੋ ਗਏ ਹੈ, ਲੋੜ ਨਹੀਂ ਹੈ। ਮੈਂ ਮੰਨਦਾ ਕੋਈ ਕ੍ਰੀਮੀ ਲੇਅਰ ਹੁੰਦੀਆਂ ਨੇ ਜਿਨ੍ਹਾਂ ਨੂੰ ਸੱਚੀ ਲੋੜ ਨਹੀਂ ਹੈਗੀ, ਬਟ ਤੁਹਾਨੂੰ ਲੱਗਦਾ ਹੈ ਕਿ ਸਾਰੀ ਜਿੰਨੀ ਹੈ ਇਸ ਟਾਈਮ ਕਮਿਊਨਿਟੀ SC ਦੀ ਹੈ ਉਹ ਸਾਰੇ ਗੱਡੀਆਂ 'ਚ ਘੁੰਮਦੇ ਹੈ। ਅਸੀਂ ਉਸ ਸਟੇਟ 'ਚ ਬੈਠੇ ਹਾਂ ਜਿੱਥੇ ਲਾਈਫ ਸਟੈਂਡਰਡ ਥੋੜ੍ਹਾ ਠੀਕ ਹੈ। ਕਈ ਇੱਦਾਂ ਦੀਆਂ ਸਟੇਟਸ ਨੇ ਸਟੂਡੈਂਟ ਬਹੁਤ ਬੁਰੇ ਹਾਲ ਆ ਇਸ ਕਮਿਊਨਿਟੀ ਦੇ, OBC ਦੇ ਵੀ, SC ਦੇ ਵੀ ਅਤੇ ST ਦੇ ਵੀ। ਸ਼ਡਿਊਲ ਟਰਾਈਬਸ ਦੀ ਗੱਲ ਕਰ ਰਹੇ ਹੋ ਤੁਸੀਂ, ਸ਼ਡਿਊਲ ਟਰਾਈਬਸ ਨੂੰ ਰਿਜ਼ਰਵੇਸ਼ਨ ਦੇਵਾਂਗੇ ਨਾ ਉਹਨਾਂ ਨੂੰ ਅਪਲਿਫਟ ਕਰਨ ਵਾਸਤੇ। ਇਹਨਾਂ ਦੀ ਕੰਡੀਸ਼ਨਸ ਬਹੁਤ ਖਰਾਬ ਨੇ। ਮੈਂ ਮੰਨਦਾ ਕਿ ਇਸ ਟਾਈਮ ਜੌਬਸ ਥੋੜ੍ਹੀ ਕਮੀਆਂ ਨੇ, ਜਨਰਲ ਕੈਟੇਗਰੀ ਵਾਸਤੇ ਵੀ ਡਿਫੀਕਲਟੀਜ਼ ਨੇ, ਬਟ ਉਹਨਾਂ ਵਾਸਤੇ ਵੀ EWS ਕੱਢਿਆ, ਇਕਨੋਮਿਕਲੀ ਵੀਕਰ ਸੈਕਸ਼ਨ 10% ਕੋਟਾ ਕੱਢਿਆ ਹੀ ਹੈ। ਰਿਜ਼ਰਵੇਸ਼ਨ ਇੱਕ ਬੇਸਿਕਲੀ ਮੈਂ ਤਾਂ ਕਹਿੰਦਾ ਕਿ ਅਕੋਰਡਿੰਗ ਟੂ ਮੀ ਡਿਜ਼ਰਵਿੰਗ ਹੈ। ਜਿਹੜੇ SC ST ਤੋਂ ਡਿਜ਼ਰਵ ਕਰਦੇ ਰਿਜ਼ਰਵੇਸ਼ਨ ਅੱਜ ਦੇ ਟਾਈਮ 'ਚ ਵੀ। ਬਾਕੀ ਇਸ ਬਾਰੇ ਅਸੀਂ ਜ਼ਿਆਦਾ ਡਿਸਕਸ਼ਨ ਨਹੀਂ ਕਰਾਂਗੇ ਬਿਕੋਜ਼ ਕੋਈ ਪਰਸਨਲ ਕਮੈਂਟ ਕਿਸੇ ਨੂੰ ਬੁਰਾ ਲੱਗ ਸਕਦਾ ਇਸ ਚੀਜ਼ ਦਾ। ਅਸੀਂ ਨੈਕਸਟ ਚੱਲਦੇ ਹਾਂ। ਓਕੇ, ਸੋ ਅੱਜ ਦੇ ਲੈਕਚਰ 'ਚ ਅਸੀਂ ਆਰਟੀਕਲ 14-15 ਹੀ ਡਿਸਕਸ ਕਰਾਂਗੇ। ਆਰਟੀਕਲ 16 ਵੈਸੇ ਇੰਨਾ ਕੋਈ ਵੱਡਾ ਨਹੀਂ, ਚਲੋ ਕਰ ਹੀ ਲੈਂਦੇ ਹਾਂ। ਇਕੁਐਲਿਟੀ ਆਫ ਓਪਰਚੁਨਿਟੀ ਇਨ ਪਬਲਿਕ ਇੰਪਲੋਇਮੈਂਟ। ਆਰਟੀਕਲ 16 ਆਫ ਦ ਕੌਂਸਟੀਟਿਊਸ਼ਨ ਪ੍ਰੋਵਾਈਡਸ ਇਕੁਐਲਿਟੀ ਆਫ ਓਪਰਚੁਨਿਟੀ ਟੂ ਆਲ ਦ ਸਿਟੀਜ਼ਨ ਇਨ ਦ ਮੈਟਰਸ ਆਫ ਇੰਪਲੋਇਮੈਂਟ। ਕੀ ਮਤਲਬ, ਸਪੋਜ਼ ਕਰੋ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਇੰਪਲੋਇਮੈਂਟ ਦੇ ਕੇਸ 'ਚ ਕਿਸੇ ਨਾਲ ਭੇਦਭਾਵ ਨਹੀਂ ਹੋ ਸਕਦਾ, ਠੀਕ ਹੈ। ਹਰ ਇੱਕ ਨੂੰ ਇਕੁਅਲ ਓਪਰਚੁਨਿਟੀ ਹੈ। ਜੇ ਸਪੋਜ਼ ਕਰੋ ਇੱਕ ਬੰਦੇ ਨੂੰ ਮਤਲਬ ਇੰਨੇ ਨੰਬਰ ਚਾਹੀਦੇ, ਕੱਟ ਆਫ ਚਾਹੀਦੀ ਜਨਰਲ ਕੈਟੇਗਰੀ ਨੂੰ, ਦੂਜੇ ਨੂੰ ਵੀ ਇੰਨੇ ਚਾਹੀਦੇ ਹੈ। ਪਰ ਹੁਣ ਤੁਸੀਂ ਬੋਲੋਗੇ ਸਰ ਜਿਹੜੀ SC ਵਾਸਤੇ ਕੱਟ ਆਫ ਘੱਟ ਹੁੰਦੀ ਹੈ, ਉਹ ਸਟੂਡੈਂਟਸ ਉਹ ਲਿਖਤਾ ਐਕਸੈਪਸ਼ਨ ਤੁਹਾਡੇ ਸਾਹਮਣੇ ਲੱਭ ਰਹੀਆਂ ਨੇ। ਦੇयर ਆਰ ਪ੍ਰੋਵੀਜ਼ਨ ਫॉर ਰਿਜ਼ਰਵੇਸ਼ਨ ਇਨ ਦ ਅਪਾਇੰਟਮੈਂਟਸ ਔਰ ਪੋਸਟ ਫॉर ਐਨੀ ਬੈਕਵਰਡ ਕਲਾਸ ਦੈਟ ਇਜ਼ ਨਾਟ ਐਡਿਕੁਏਟਲੀ ਰਿਪਰੈਜ਼ੈਂਟਡ ਇਨ ਦ ਸਟੇਟ ਸਰਵਿਸਿਜ਼। ਜਿਹੜੀ ਵੀ ਕੋਈ ਜਾਤੀ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕੀਤੀ ਗਈ ਸਾਡੇ ਸਮਾਜ 'ਚ, ਜਿਹੜੀ ਵੀ ਨਹੀਂ ਉਹਨੂੰ ਰਿਪਰੈਜ਼ੈਂਟੇਸ਼ਨ ਹੈ, ਉਸ ਲਈ ਅਸੀਂ ਰਿਜ਼ਰਵੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ। ਸੋ ਓਪਰਚੁਨਿਟੀ ਦੇ ਕੇਸ 'ਚ ਜਿਹੜੀ ਇੰਪਲੋਇਮੈਂਟ ਅਸੀਂ ਕਹਿ ਦਈਏ ਕਿ ਹਾਂ SC ਕਮਿਊਨਿਟੀ ST ਜਾਂ OBC ਨੂੰ ਅਸੀਂ ਦੇ ਦੇ ਹਾਂ ਰਿਜ਼ਰਵੇਸ਼ਨ, ਜਨਰਲ ਕੈਟੇਗਰੀ ਲਈ ਮੁਸ਼ਕਿਲ ਹੈ। ਐਜ਼ ਅ ਡਿਸਕ੍ਰਿਮੀਨੇਸ਼ਨ ਹੋ ਗਈ, ਆਰਟੀਕਲ 16 ਵਾਇਓਲੇਟ ਹੋ ਗਿਆ ਸਾਡਾ। ਨਹੀਂ, ਐਵਰੀਥਿੰਗ ਇਜ਼ ਰਿਟਨ, ਸਭ ਕੁਛ ਲਿਖਤਾ ਗਿਆ ਸਾਡੇ ਕੌਨਸਟੀਟਿਊਸ਼ਨ 'ਚ। ਸੋ ਐਕਸੈਪਸ਼ਨ ਹੈ। ਸੋ ਆਰਟੀਕਲ 16, ਆਰਟੀਕਲ 15, ਆਰਟੀਕਲ 14 ਇਕੁਐਲਿਟੀ ਰਾਈਟਸ ਦੇ ਵਿੱਚ ਆਉਂਦੇ ਨੇ। ਰਹੀ ਗੱਲ ਆਰਟੀਕਲ 17 ਅਤੇ 18, ਤੁਸੀਂ ਲਿਖ ਲਓ, ਮੈਂ ਡਿਕਟੇਟ ਕਰ ਦੇਣਾ। ਆਰਟੀਕਲ 17 ਹੈਗੀ ਹੈ ਅਨਟਚੇਬਿਲਿਟੀ ਦੇ ਅਗੇਂਸਟ, ਅਤੇ ਆਰਟੀਕਲ 18 ਹੈਗੀ ਹੈ ਅਬੋਲੀਸ਼ਨ ਆਫ ਟਾਈਟਲਸ। ਤੁਸੀਂ ਦੋਵੇਂ ਇੱਕ ਵਾਰੀ ਘਰੋਂ ਪੜ੍ਹ ਕੇ ਆਇਓ, ਕੱਲ੍ਹ ਅਸੀਂ ਕੰਪਲੀਟ ਕਰਾਂਗੇ, ਫਿਰ ਅਸੀਂ ਫਰੀडम ਰਾਈਟਸ 'ਤੇ ਜਾਵਾਂਗੇ। ਸੋ ਜਿੰਨੇ ਵੀ ਸਟੂਡੈਂਟਸ ਹੈਗੇ ਆ, ਜਲਦੀ ਤੋਂ ਜਲਦੀ ਤਿਆਰੀ ਕਰੋ ਇਸ ਚੀਜ਼ ਦੀ, ਰੈਗੂਲਰ ਰਿਵਾਈਜ਼ ਕਰੋ ਬਿਕੋਜ਼ ਹਜੇ ਕਾਫੀ ਜਰਨੀ ਪਈ ਹੈ ਸਾਡੀ ਪੋਲਿਟੀ ਸੈਕਸ਼ਨ ਦੀ, ਅਤੇ ਅਸੀਂ ਵੱਧ ਤੋਂ ਵੱਧ ਇਹਨੂੰ ਰਿਵਾਈਜ਼ ਕਰਨਾ ਹੈ ਤਾਂ ਕਿ ਇੱਕ ਵਾਰੀ ਕੰਸੈਪਟ ਅੰਡਰਸਟੈਂਡਿੰਗ ਹੋ ਜਾਏ। ਹੋਪ ਸੋ ਯੂ ਹੈਵ ਅ ਨਾਈਸ ਡੇ। ਦਿਸ ਇਜ਼ ਸੰਕਲਪ ਗੁਪਤਾ ਫਰੋਮ ਮਾਈ ਸਾਈਡ। ਜੈ ਹਿੰਦ।